ਤਰਕਸ਼ੀਲ ਸੁਸਾਇਟੀ ਪੰਜਾਬ ਪ੍ਰਕਾਸ਼ਨ ਵੱਲੋਂ ਦੋ ਮਾਸਕ ਮੈਗਜ਼ੀਨ ਤਰਕਸ਼ੀਲ ਵਿਗਿਆਨ ਹੀ ਸੱਚ, ਤਰਕ ਅਤੇ ਜੀਵਨ ਜਾਂਚ ਹੈ। ਮੈਗਜ਼ੀਨ ਦਾ ਸਾਲਾਨਾ ਚੰਦਾ 80 ਰੁਪਏ, ਵਿਦੇਸ਼ੀ ਸਾਲਾਨਾ ਚੰਦਾ 1000 ਰੁਪਏ। ਸਾਡਾ ਪਤਾ ਹੈ ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ। ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਸਰਦਾਰ ਬਲਵਿੰਦਰ ਬਰਨਾਲਾ ਜੀ ਨੂੰ, ਜਿਨ੍ਹਾਂ ਨੇ ਇਸ ਸੁਸਾਇਟੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਹਿੰਦੁਸਤਾਨ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਤਰਕਸ਼ੀਲ ਲਹਿਰ ਦਾ ਪ੍ਰਚਾਰ ਕੀਤਾ। ਆਓ ਕਰਦੇ ਹਾਂ ਇਹਨਾਂ ਨਾਲ ਕੁਝ ਗੱਲਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਲਵਿੰਦਰ ਜੀ, ਪਹਿਲਾ ਸਵਾਲ, ਤਰਕਸ਼ੀਲ ਸੁਸਾਇਟੀ ਕਦੋਂ ਹੋਂਦ ਦੇ ਵਿੱਚ ਆਈ ਤੇ ਤੁਸੀਂ ਇਸ ਦੇ ਨਾਲ ਕਦੋਂ ਜੁੜੇ? ਤਰਕਸ਼ੀਲ ਸੁਸਾਇਟੀ ਨੂੰ ਅਸੀਂ 1984 ਦੇ ਵਿੱਚ ਸਥਾਪਿਤ ਕੀਤਾ ਹੈ। ਉਸ ਸਮੇਂ ਕਿਤਾਬ ਸੀ ਸਾਡੇ ਕੋਲ ਬੀ ਗੌਨ ਗੌਡਮੈਨ ਇੰਗਲਿਸ਼ ਦੇ ਵਿੱਚ, ਉਹਦਾ ਪੰਜਾਬੀ ਅਨੁਵਾਦ ਕਰਕੇ ਅਸੀਂ ਲੱਖਾਂ ਦੀ ਗਿਣਤੀ ਵਿੱਚ ਪੰਜਾਬ 'ਚ ਵੰਡੀ ਹੈ। ਬਾਅਦ 'ਚ ਅਸੀਂ ਉਹਦੇ ਵਿੱਚੋਂ ਇਹ ਆਈਡੀਆ ਲਿਆ ਵੀ ਇਸ ਤਰ੍ਹਾਂ ਦੀ ਸੁਸਾਇਟੀ ਪੰਜਾਬ ਚਾਹੀਦੀ ਹੈ ਜਿਹੜੀ ਲੋਕਾਂ ਵਿੱਚੋਂ ਅੰਧ ਵਿਸ਼ਵਾਸਾਂ ਨੂੰ ਦੂਰ ਕਰ ਸਕੇ ਤੇ ਲੋਕਾਂ ਦੀ ਸੋਚ ਜਿਹੜੀ ਹੈ ਉਹ ਵਿਗਿਆਨਕ ਪਾਸੇ ਮੋੜ ਸਕੇ। ਬਰਨਾਲਾ ਤੋਂ ਇੱਕ ਹੋਰ ਸਵਾਲ ਹੈ ਵੀ ਤੁਹਾਡੀ ਸੁਸਾਇਟੀ ਦੀਆਂ ਪੰਜਾਬ ਦੇ ਵਿੱਚ ਕਿੰਨੀਆਂ ਇਕਾਈਆਂ ਨੇ ਤੇ ਹੁਣ ਤੱਕ ਤੁਸੀਂ ਕਿੰਨੇ ਕੇਸ ਹੱਲ ਕਰ ਚੁੱਕੇ? ਤਰਕਸ਼ੀਲ ਸੁਸਾਇਟੀ ਦੀਆਂ 100 ਤੋਂ ਉੱਪਰ ਇਕਾਈਆਂ ਹੈਗੀਆਂ ਤੇ ਹੁਣ ਤੱਕ ਅਸੀਂ 70,000 ਤੋਂ ਉੱਪਰ ਕੇਸ ਹੱਲ ਕੀਤੇ ਹੈਗੇ। ਅਸਲ ਵਿੱਚ ਹੱਲ ਕੀਤੇ ਨਾ ਕਹੋ ਵੀ ਉਹਨਾਂ ਨੂੰ ਅਸੀਂ ਜ਼ਿੰਦਗੀ ਦੇ ਪੰਧ ਤੇ ਪਾਇਆ ਹੈਗਾ ਤੇ ਬਹੁਤ ਸਾਰੀਆਂ ਖੁਦਕਸ਼ੀਆਂ ਕਰਨ ਵਾਲੇ ਲੋਕਾਂ ਨੂੰ ਵੀ ਰਸਤਾ ਦਿਖਾਇਆ ਜ਼ਿੰਦਗੀ ਦਾ। ਠੀਕ। ਤੁਹਾਨੂੰ ਕੇਸ ਹੱਲ ਕਰਦੇ ਸਮੇਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਦੇਖੋ, ਇੱਕ ਤਾਂ ਸਮਾਜ ਦੇ ਵਿੱਚ ਜਿਸ ਤਰ੍ਹਾਂ ਸਮਾਜ ਹੈ ਰੂੜੀਵਾਦੀ ਸਮਾਜ ਹੈਗਾ। ਹਾਂਜੀ। ਲੋਕਾਂ ਦੀ ਸੋਚ ਜਿਹੜੀ ਆ ਅੰਧ ਵਿਸ਼ਵਾਸੀ ਹੈਗੀ ਆ ਤੇ ਕੇਸ ਜਿਸ ਕਿਸਮ ਦੇ ਸਾਡੇ ਕੋਲ ਆਉਂਦੇ ਹੈਗੇ ਆ, ਚਲੋ ਤਾਂ ਠੀਕ ਹੈ, ਜਿਸ ਤਰ੍ਹਾਂ ਉਹਦੇ ਜਿਹੇ ਜਿਹੀ ਉਹਦੀ ਮੇਕਅਪ ਜਾਂ ਜਿਸ ਤਰ੍ਹਾਂ ਦਾ ਉਹ ਸਮਾਜ ਦੇ ਵਿੱਚ ਉਹਦਾ ਦਾਇਰਾ ਬਣਿਆ ਹੁੰਦਾ ਉਸੇ 'ਚੋਂ ਪ੍ਰਭਾਵਿਤ ਲੈ ਕੇ ਆਉਂਦੇ ਆ। ਇਹ ਤੋਂ ਬਿਨਾਂ ਮਤਲਬ ਕੁਛ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਇਸ ਤਰ੍ਹਾਂ ਦੀ ਸੋਚ ਨੂੰ ਪਸੰਦ ਨਹੀਂ ਕਰਦੇ ਹੈਗੇ। ਖਾਸ ਤੌਰ ਤੇ ਜਿਹੜੇ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪਾ ਕੇ ਰੱਖਦੇ ਆ, ਤਾਂ ਜਿਵੇਂ ਪਿੰਡਾਂ ਦੇ ਵਿੱਚ ਚੌਕੀਆਂ ਲਾਉਣ ਵਾਲੇ ਹੈਗੇ ਆ, ਸਿਆਣੇ ਜਿਹਨੂੰ ਅਖੌਤੀ ਸਿਆਣੇ ਕਹਿ ਸਕਦੇ ਹਾਂ ਅਸੀਂ, ਉਹ ਲੋਕ ਵੀ ਇਸ ਤਰ੍ਹਾਂ ਦੇ ਡਿੱਕੇ ਸਾਡੇ ਵਾਸਤੇ ਪੈਦਾ ਕਰਦੇ ਹੈਗੇ ਆ ਤੇ ਸਾਡੇ ਤੇ ਕਈ ਕਿਸਮ ਦੇ ਲੇਬਲ ਲਾਉਂਦੇ ਹੈਗੇ। ਪਰ ਅਸੀਂ ਮਤਲਬ ਜਿਹੜਾ ਆਪਣਾ ਪਹਿਲਾਂ ਤੋਂ ਲੈ ਕੇ ਥਈਆ ਕੀਤਾ ਵੀ ਲੋਕਾਂ ਦੀ ਸੋਚ ਬਦਲਣੀ ਹੈ, ਇਸ ਪਾਸੇ ਲਿਜਾਣਾ ਸੀ। ਸੁਸਾਇਟੀ ਨੇ ਸਾਹਿਤ ਦੇ ਖੇਤਰ ਦੇ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਇਆ, ਇਸ ਦੇ ਬਾਰੇ ਕੁਝ ਦੱਸੋ। ਜਿੱਥੇ ਮੈਂ ਤਾਂ ਬੜਾ ਸਪਸ਼ਟ ਹਾਂ ਇਸ ਗੱਲ ਤੇ ਆ ਕੇ ਵੀ ਅਸੀਂ ਸਾਹਿਤ ਨੂੰ ਕਲਾ ਦੇ ਰੂਪ 'ਚ ਨਹੀਂ ਲੈਂਦੇ। ਸਾਹਿਤ ਲੋਕਾਂ ਵਾਸਤੇ ਹੋਣਾ ਚਾਹੀਦਾ ਤੇ ਸਾਹਿਤ ਦੇ ਖੇਤਰ ਦੇ ਵਿੱਚ ਸੁਸਾਇਟੀ ਨੇ ਬਹੁਤ ਵੱਡਾ ਮਾਰਕਾ ਮਾਰਿਆ ਤੇ ਅੱਜ ਪੰਜਾਬ ਦੇ ਵਿੱਚ ਸੁਸਾਇਟੀ ਦਾ ਸਾਹਿਤ ਜਿਹੜਾ ਹੈ ਵੱਡੇ ਪੱਧਰ ਤੇ ਵਿਕ ਰਿਹਾ ਹੈਗਾ। ਊਸ਼ੋ ਤੋਂ ਬਾਅਦ ਦੂਜੇ ਨੰਬਰ ਤੇ ਸੁਸਾਇਟੀ ਦਾ ਸਾਹਿਤ ਵਿਕ ਰਿਹਾ ਹੈਗਾ। ਅਸੀਂ ਵੱਖ-ਵੱਖ ਮਤਲਬ ਉਹਦੇ ਨਜ਼ਰੀਏ ਤੋਂ ਸਾਹਿਤ ਲਿਖਿਆ ਹੈਗਾ ਵੀ ਜਿਵੇਂ ਅੰਧ ਵਿਸ਼ਵਾਸਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈਗਾ ਜਾਂ ਲੋਕਾਂ ਦੇ ਮਾਨਸਿਕ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਕਿਸ ਤਰ੍ਹਾਂ ਦੇ ਹੱਲ ਕੀਤੇ ਜਾ ਸਕਦੇ ਆ। ਇੱਥੋਂ ਤੱਕ ਕਿ ਲੋਕਾਂ ਨੂੰ ਦਾਰਸ਼ਨਿਕ ਤੌਰ ਤੇ ਵੀ, ਫਿਲਾਸਫੀਕਲ ਤੌਰ ਤੇ ਵੀ ਅਸੀਂ ਸਾਊਂਡ ਕਰਨ ਵਾਸਤੇ ਕਿਤਾਬਾਂ ਲਿਖੀਆਂ ਹੈਗੀਆਂ ਤੇ ਇੱਥੋਂ ਤੱਕ ਇਹ ਵੀ ਗੱਲ ਮਤਲਬ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਾਦੂ ਦੇ ਟ੍ਰਿਕਾਂ ਦੇ ਰਾਹੀਂ ਜਾਂ ਉਸ ਦੀਆਂ ਕਿਤਾਬਾਂ ਵੀ ਲੈ ਕੇ ਆਇਆ ਕਿ ਅਸਲ ਵਿੱਚ ਕਿਸੇ ਥਾਂ ਤੇ ਕੋਈ ਚਮਤਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਤੇ ਜੋ ਕੁਛ ਇੱਥੇ ਹੋ ਰਿਹਾ ਹੈ ਉਹਦੇ ਪਿੱਛੇ ਇੱਕ ਕੋਈ ਨਾ ਕੋਈ ਕਾਰਨ ਹੈਗਾ ਤੇ ਉਹ ਕਾਰਨ ਜਿਹੜੇ ਵਿਗਿਆਨਕ ਢੰਗ ਨਾਲ ਸਾਨੂੰ ਤਲਾਸ਼ਣ ਦੀ ਜ਼ਰੂਰਤ ਹੈ ਤੇ ਹੱਲ ਨਿਕਲ ਸਕਦੇ ਸਾਰੇ ਕਿਸੇ। ਬਰਨਾਲਾ ਸਾਹਿਬ, ਇੱਕ ਗੱਲ ਹੋਰ ਹੈ ਕਿ ਜਿਵੇਂ ਤੁਸੀਂ ਕਿਤਾਬਾਂ ਜਾਂ ਮੈਗਜ਼ੀਨ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਜਾ ਰਿਹਾ ਹੈ, ਇਸ ਤੋਂ ਇਲਾਵਾ ਹੋਰ ਤੁਹਾਡੇ ਕੋਲੇ ਕਿਹੜਾ ਢੰਗ ਤਰੀਕਾ ਹੈ ਜਿਹਦੇ ਨਾਲ ਤੁਸੀਂ ਆਪਣਾ ਪ੍ਰਚਾਰ ਕਰਦੇ ਹੋ? ਦੇਖੋ, ਇੱਕ ਤਾਂ ਇਹੀ ਹੈ ਪ੍ਰਿੰਟ ਮਾ, ਦੂਜਾ ਜਿਹੜਾ ਅਸੀਂ ਸਾਹਿਤ ਦਾ ਖੇਤਰ ਦੱਸੀ ਤੇ ਤੁਹਾਨੂੰ ਮੈਂ ਇਹ ਤੋਂ ਬਿਨਾਂ ਅਸੀਂ ਜਿਵੇਂ ਇਲੈਕਟ੍ਰੋਨਿਕ ਮੀਡੀਆ ਨੂੰ ਯੂਜ਼ ਕਰ ਮਤਲਬ ਮੈਂ ਕਹੂੰ ਵੀ ਇਲੈਕਟ੍ਰੋਨਿਕ ਜਿਹੜਾ ਮੀਡੀਆ ਹੈ ਇਸ ਦੀ ਅਸੀਂ ਖਾਸ ਮਤਲਬ ਕੋਸ਼ਿਸ਼ ਕਰਦੇ ਹਾਂ ਵੀ ਜਿੰਨਾ ਇਹਦੇ ਸਾਡੇ ਮਤਲਬ ਪ੍ਰੋਗਰਾਮ ਜਾ ਸਕਣ ਜਾਂ ਜਿਵੇਂ ਹੁਣ ਫਾਸਟਵੇ 'ਤੇ ਵੀ ਅਸੀਂ ਬਕਾਇਆ ਤੌਰ 'ਤੇ ਤੁਹਾਡੀ ਆਪਣੀ ਦੀਵਾਨਾ ਜੀ ਦੀ ਅਗਵਾਈ ਅਧੀਨ ਜਿਹੜੇ ਨਿਰਦੇਸ਼ਨਾਂ ਅਧੀਨ ਅਸੀਂ ਆਪਣੇ ਐਪੀਸੋਡ ਦੇ ਰਹੇ ਹਾਂ, ਲਗਾਤਾਰ ਦੇਣੇ ਹੈਗੇ ਆ ਤੇ ਇਸ ਤਰ੍ਹਾਂ ਅਸੀਂ ਹੋਰ ਚੈਨਲਾਂ 'ਤੇ ਵੀ ਯਤਨ ਕਰਦੇ ਹਾਂ ਜਾਣ ਦੇ ਕਿ ਜਿਹੜਾ ਸੁਸਾਇਟੀ ਦਾ ਪ੍ਰਚਾਰ ਜਿਹੜਾ ਹੈਗਾ ਜਿੱਥੇ ਇਸ ਤਰ੍ਹਾਂ ਦੇ ਐਪੀਸੋਡ ਰਾਹੀਂ ਜਾਵੇ। ਉਸ ਤਰ੍ਹਾਂ ਇਹ ਤੋਂ ਬਿਨਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਬਕਾਇਦਾ ਤੌਰ 'ਤੇ ਤਰਕਸ਼ੀਲ ਮੇਲੇ ਕਰਦੇ ਹੈਗੇ ਆ ਤੇ ਨਾਟਕਾਂ ਦੀਆਂ ਟੀਮਾਂ ਬਕਾਇਦਾ ਤੌਰ 'ਤੇ ਵੱਖ-ਵੱਖ ਜਿਹੜੀਆਂ ਪੰਜਾਬ 'ਚ ਕੰਮ ਕਰਦੀਆਂ, ਤੁਸੀਂ ਵੀ ਉਹਨਾਂ 'ਚੋਂ ਇੱਕ ਹੋ ਜਿਹੜੇ ਉਹਨਾਂ ਟੀਮਾਂ 'ਚੋਂ ਜਿਹੜੀ ਮਹੱਤਵਪੂਰਨ ਟੀਮ ਸਾਡੇ ਮਦਦ ਕਰ ਰਹੀ ਹੈਗੀ। ਦੀਵਾਨਾ ਸਾਹਿਬ, ਇਸ ਤਰ੍ਹਾਂ ਤੁਸੀਂ ਮਤਲਬ ਇਹ ਢੰਗ ਤਰੀਕੇ ਵੀ ਬਣਾਉਂਦੇ ਹੈਗੇ ਆ
ਤੇ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਜਾਦੂ ਦੇ ਟ੍ਰਿਕਾਂ ਦੇ ਮਤਲਬ ਜਿਹੜੇ ਸਾਡੇ ਮਾਹਰ ਬੰਦੇ ਆ ਉਹ ਭੇਜਦੇ ਆ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਕਿ ਕਿਸ ਤਰ੍ਹਾਂ ਮਤਲਬ ਜਾਦੂ ਦੇ ਟ੍ਰਿਕ ਜਿਹੜੇ ਆ, ਇੱਕ ਹੱਥ ਦੀ ਸਫਾਈ ਹੈਗੀ ਹੈ, ਮਨੁੱਖ ਦੀ ਚਲਾਕੀ ਹੈਗੀ ਹੈ, ਤੇ ਇਹਦੇ ਪਿੱਛੇ ਕਿਸੇ ਕਿਸਮ ਦੀ ਕੋਈ ਚਮਤਕਾਰੀ ਸ਼ਕਤੀ ਨਹੀਂ ਹੁੰਦੀ ਜਿਵੇਂ ਆਮ ਤੌਰ ਤੇ ਪ੍ਰਚਾਰ ਦੇ ਹੈਗੇ ਆ। ਤੇ ਇਸ ਤਰ੍ਹਾਂ ਅਸੀਂ ਵੱਖ-ਵੱਖ ਤਰੀਕੇ ਅਪਣਾਉਂਦੇ ਹੈਗੇ ਆ। ਜਿਹੜੇ ਸਾਰੇ ਜਿਵੇਂ ਅਸੀਂ ਲੈਕਚਰ ਤੱਕ ਵੀ ਆਪਣੇ ਉਸ ਤਰ੍ਹਾਂ ਦੇ ਤਿਆਰ ਕਰਦੇ ਹੈਗੇ ਆ, ਸੈਮੀਨਾਰ ਕਰਾਉਂਦੇ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਹੁੰਦੇ ਰਹਿੰਦੇ ਆ। ਤੇ ਸਾਡੇ ਆਪਣੇ ਜਿਹੜੇ ਸੁਸਾਇਟੀ ਦੇ ਵੱਖ-ਵੱਖ ਜ਼ੋਨ ਬਣਾਏ ਆ, ਸਾਰੇ ਪੰਜਾਬ ਨੂੰ 10 ਜ਼ੋਨਾਂ 'ਚ ਵੰਡਿਆ ਹੈ, ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਗਾਈਡ ਕਰਨ ਵਾਸਤੇ ਵਿਸ਼ੇਸ਼ ਵਿਸ਼ਿਆਂ ਦੇ ਉੱਤੇ ਸੈਮੀਨਾਰ ਕਰਾਉਂਦੇ ਆ। ਵੱਖ-ਵੱਖ ਜੇ ਮਾਨਸ ਰੋਗਾਂ 'ਤੇ ਕਰਾਉਂਦੇ ਹੈਗੇ ਆ, ਫਿਲਾਸਫੀ 'ਤੇ ਕਰਾਉਂਦੇ ਹੈਗੇ ਆ, ਤੇ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਤਰਕਸ਼ੀਲ ਮੇਲੇ ਲਾਉਂਦੇ ਹੈਗੇ ਆ, ਜਾਂ ਜਿਹੜੀਆਂ ਸਾਡੀਆਂ ਸਾਡੇ ਨਾਲ ਸਾਡੀ ਸਮਝ ਨਾਲ ਰੱਖਣ ਵਾਲੀਆਂ ਕੌਮੀ ਪੱਧਰ 'ਤੇ ਜਥੇਬੰਦੀਆਂ ਹੈਗੀਆਂ, ਉਹਨਾਂ ਨਾਲ ਵੀ ਅਸੀਂ ਤਾਲਮੇਲ ਬਣਾ ਕੇ ਬਕਾਇਦਾ ਤੌਰ 'ਤੇ ਉੱਥੇ ਵੀ ਇਸ ਤਰ੍ਹਾਂ ਦਾ ਸਾਰਾ ਪ੍ਰਬੰਧ ਲੈ ਕੇ ਜਾਂਦੇ ਹਾਂ ਆਪਣਾ। ਤਰਕਸ਼ੀਲ ਸੁਸਾਇਟੀ ਨੇ ਆਪਣੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਆਪਣੇ ਦਾਇਰੇ ਨੂੰ ਵਧਾਇਆ। ਵਿਦੇਸ਼ਾਂ ਦੇ ਵਿੱਚ ਵਸਦੇ ਲੋਕਾਂ ਦੇ ਵਿੱਚ ਵੀ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਤੁਸੀਂ ਕਦੇ ਵਿਦੇਸ਼ ਗਏ ਹੋ? ਮੈਂ ਤਾਂ ਬਹੁਤ ਵਾਰੀ ਵਿਦੇਸ਼ ਗਿਆ ਹੈਗਾ, ਕੈਨੇਡਾ ਲਗਭਗ ਸਾਰੇ ਹੀ ਸ਼ਹਿਰ ਦੇਖਿਆ ਮੇਰੇ, ਤੇ ਸਾਰੇ ਸ਼ਹਿਰਾਂ 'ਚ ਮੈਂ ਲੈਕਚਰ ਦੇਖਿਆ ਕੈਨੇਡਾ ਦੇ। ਉੱਥੋਂ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲਦਾ ਉਹਨਾਂ ਲੋਕਾਂ ਤੋਂ? ਉੱਥੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਹੈਗਾ। ਖਾਸ ਤੌਰ ਤੇ ਪੰਜਾਬੀ ਭਾਈਚਾਰਾ ਜਿਹੜਾ ਬੈਠਾ ਉੱਧਰ, ਉਹ ਸਾਨੂੰ ਬੜਾ ਪਸੰਦ ਕਰਦਾ ਹੈ। ਜਦੋਂ ਵੀ ਸਾਡੇ ਪੋਮ ਉੱਥੇ ਆਉਂਦੇ ਆ, ਜਾਂ ਮੈਂ ਖੁਦ ਉੱਥੇ ਜਾ ਕੇ ਜਦੋਂ ਮਤਲਬ ਡਿਬੇਟ 'ਚ ਪੈਂਦਾ ਹੈਗਾ, ਤਾਂ ਮੈਨੂੰ ਯਾਦ ਹੈ ਕਿ ਵੈਨਕੂਵਰ ਦਾ ਇੱਕ ਵਧੀਆ ਤਜਰਬਾ ਹੈ ਕਿ ਉਸ ਦਿਨ ਲੋਕਾਂ ਨੇ ਕਾਰਾਂ ਰੋਕ ਕੇ ਮਤਲਬ ਸਾਡੀ ਜਿਹੜੀ ਡਿਬੇਟ ਸੁਣੀ ਹੈਗੀ ਹੈ, ਤੇ ਉਹਦਾ ਅਗਲੇ ਦਿਨ ਪ੍ਰਭਾਵ ਵੀ ਕਾਫੀ ਵਧੀਆ ਪਿਆ ਹੈਗਾ। ਉਸ ਤੋਂ ਬਿਨਾਂ ਮੈਂ ਇੰਗਲੈਂਡ ਦੇ ਵਿੱਚ 2 ਵਾਰ ਜਾ ਕੇ ਆਇਆ ਹੈਗਾ, ਤੇ ਇਹਨਾਂ ਥਾਵਾਂ 'ਤੇ ਅਸੀਂ ਆਪਣੀਆਂ ਸੁਸਾਇਟੀਆਂ ਵੀ ਸਥਾਪਿਤ ਕੀਤੀਆਂ। ਇਕੱਲਾ ਇਸ ਨਹੀਂ ਵੀ ਅਸੀਂ ਚੱਕਰੀ ਲਾ ਕੇ ਹੈਗੇ ਆ, ਪ੍ਰਚਾਰ ਹੀ ਕੀਤਾ ਹੈਗਾ। ਜਿਵੇਂ ਇੰਗਲੈਂਡ ਦੇ ਵਿੱਚ ਅਸੀਂ ਬਣਾਈ ਹੈ ਏਸ਼ੀਅਨ ਰੈਸਲਿੰਗ ਸੁਸਾਇਟੀ ਬ੍ਰਿਟਨ ਜਿਹੜੀ ਹੈਗੀ ਆ, ਉਹ ਅੱਜ ਉੱਥੇ ਮਤਲਬ ਵੱਖ-ਵੱਖ ਸ਼ਹਿਰਾਂ 'ਚ ਉਹਦੀਆਂ ਯੂਨਿਟਾਂ ਹੈਗੀਆਂ, ਤੇ ਉਹ ਸਾਨੂੰ ਸਪੋਰਟ ਵੀ ਕਰਦੀ ਹੈਗੀ ਹੈ। ਤੇ ਉਹਨਾਂ ਨੇ ਉੱਥੇ ਆਪਣਾ ਜਿਹੜਾ ਸਾਡਾ ਜਿੰਨਾ ਵੀ ਲਿਟਰੇਚਰ ਹੈ, ਜਿਵੇਂ ਖਾਸ ਤੌਰ ਤੇ ਤਰਕਸ਼ੀਲ ਮੈਗਜ਼ੀਨ ਅਸੀਂ ਛਾਪਦੇ ਹੈਗੇ ਆ, 15,000 ਤੋਂ ਪੰਜਾਬੀ ਸ਼ਬਦ ਹੈ, ਹਿੰਦੀ 'ਚ ਵੀ ਸ਼ਬਦ ਹੈ, ਉਹ ਬਕਾਇਦਾ ਤੌਰ ਤੇ 500 ਮੈਗਜ਼ੀਨ ਇਕੱਲਾ ਇੰਗਲੈਂਡ 'ਚ ਜਾਂਦਾ ਸਾਡਾ, ਉਹ ਸਾਰਾ ਉੱਥੇ ਲੱਗਦਾ ਹੈਗਾ। ਇਸ ਤਰ੍ਹਾਂ ਹੀ ਟੋਰਾਂਟੋ ਦੇ ਵਿੱਚ ਅਸੀਂ ਜਿਹੜੀ ਸੁਸਾਇਟੀ ਮੈਂ ਖੁਦ ਜਾ ਕੇ ਬਣਾ ਕੇ ਆਇਆ, ਇੰਡੋ ਕੈਨੇਡੀਅਨ ਰੈਸਲਿੰਗ ਸੁਸਾਇਟੀ ਹੈਗੀ ਹੈ। ਇਸ ਤਰ੍ਹਾਂ ਹੀ ਉੱਥੇ ਇੱਕ ਸੁਸਾਇਟੀ ਹੋਰ ਸਾਡੀ ਚੱਲ ਰਹੀ ਹੈ, ਨਾਰਥ ਅਮਰੀਕਨ ਰੈਸਲਿੰਗ ਸੁਸਾਇਟੀ ਟੋਰਾਂਟੋ। ਵੈਨਕੂਵਰ ਦੇ ਵਿੱਚ ਅਸੀਂ ਸੁਸਾਇਟੀ ਬਣਾਈ ਹੈਗੀ ਹੈ, ਤਰਕਸ਼ੀਲ ਕਲਚਰ ਸੁਸਾਇਟੀ ਵੈਨਕੂਵਰ। ਤੇ ਇੰਗਲੈਂਡ ਦੇ ਵਿੱਚ ਅਸੀਂ ਜਿਹੜੀ ਏਸ਼ੀਅਨ ਰੈਸਲਿੰਗ ਸੁਸਾਇਟੀ ਬ੍ਰਿਟਨ ਬਣਾਈ ਹੈਗੀ ਹੈ, ਉਹ ਲਗਾਤਾਰ ਉਹ ਵੀ ਕੰਮ ਕਰ ਰਹੀ ਹੈ। ਤੇ ਉੱਥੇ ਜਾ ਕੇ ਲਗਭਗ ਹੀ ਅਸੀਂ ਇਹੀ ਵਿਸ਼ੇ ਜਿਹੜੇ ਅਸੀਂ ਇੱਥੇ ਲੈ ਕੇ ਚੱਲਦੇ ਹਾਂ, ਕਿਉਂਕਿ ਸਾਡੇ ਪੰਜਾਬੀ ਲੋਕ ਜਿਹੜੇ ਹੈ, ਜਿਨ੍ਹਾਂ ਨੇ ਇੱਥੋਂ ਉੱਧਰ ਜਾ ਕੇ ਮਤਲਬ ਆਪਣਾ ਮਾਈਗ੍ਰੇਟ ਹੋ ਕੇ ਗਏ ਆ ਆਪਣੇ, ਉਹਨਾਂ ਸਾਰਿਆਂ ਦੇ ਵਿੱਚ ਅੰਧ ਵਿਸ਼ਵਾਸ ਨਾਲ ਹੀ ਗਏ ਹੈਗੇ ਆ, ਤੇ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਉੱਥੇ ਵੀ ਆਪਣੇ ਬਕਾਇਦਾ ਤੌਰ ਤੇ ਉਵੇਂ ਯਤਨ ਕੀਤੇ ਹੈਗੇ ਆ। ਉੱਥੇ ਵੀ ਕੇਸ ਜਿਹੜੇ ਬਕਾਇਦਾ ਤੌਰ ਤੇ ਕੇਸਾਂ ਨੂੰ ਅਟੈਂਡ ਕੀਤਾ ਜਾਂਦਾ। ਅਸੀਂ ਖੁਦ ਜਾ ਕੇ ਵੀ ਜੇ ਕਈ ਵਾਰ ਉੱਥੇ ਜਾਂਦੇ ਹਾਂ ਤਾਂ ਕੇਸਾਂ ਨੂੰ ਅਟੈਂਡ ਕਰਦੇ ਹੈਗੇ ਆ। ਤੇ ਲੋਕਾਂ ਦੀ ਸੋਚ ਜੇ ਕਹਿ ਦਈਏ ਵੀ ਕਿਸੇ ਉਹਨਾਂ ਮੁਲਕਾਂ ਜਾ ਕੇ ਜਿੱਥੇ ਕਿ ਵਿਗਿਆਨ ਦਾ ਪਸਾਰਾ ਹੋਇਆ, ਜਿੱਥੇ ਖਾਸ ਤੌਰ ਤੇ ਵਿਗਿਆਨਕ ਤਰੱਕੀ ਹੋਈ ਹੈਗੀ ਹੈ, ਪਰ ਵਿਗਿਆਨਕ ਤਰੱਕੀ ਹੋਣਾ ਇੱਕ ਵੱਖਰੀ ਚੀਜ਼ ਹੈ, ਤੇ ਵਿਗਿਆਨਕ ਸੋਚ ਹੋਣਾ ਇੱਕ ਵੱਖਰੀ ਚੀਜ਼ ਹੈਗੀ। ਤੇ ਵਿਗਿਆਨਕ ਸੋਚ ਉੱਥੇ ਲੋਕਾਂ ਦੀ ਨਹੀਂ ਹੈਗੀ ਅਜੇ ਵੀ। ਸਾਡੇ ਲੋਕਾਂ ਦੀ ਵੀ ਖਾਸ ਤੌਰ ਤੇ ਜਿਹੜੇ ਗੋਰੇ ਲੋਕ ਦੇਖੇ ਆ, ਉਹਨਾਂ 'ਚ ਵੀ ਅੰਧ ਵਿਸ਼ਵਾਸ ਕਾਫੀ ਹੈਗੇ ਆ। ਤੇ ਅਸੀਂ ਉੱਥੇ ਵੀ ਮਤਲਬ ਜਿਹੜੀ ਸੋਚ ਦੇ ਬਾਰੇ ਗੱਲ ਕੀਤੀ ਹੈ ਵੀ ਜਿਹੜੀ ਸੋਚ ਹੈ ਉਹ ਬਦਲਣੀ ਚਾਹੀਦੀ ਹੈ, ਉਹ ਵਿਗਿਆਨਕ ਹੋਣੀ ਚਾਹੀਦੀ ਹੈ। ਇਹ ਪ੍ਰਚਾਰ ਅਸੀਂ ਮਤਲਬ ਬਾਹਰ ਲੈ ਕੇ ਗਏ। ਨੇਪਾਲ ਦਾ ਵੀ ਮੈਂ ਦੌਰਾ ਕੀਤਾ ਹੈਗਾ, ਨੇਪਾਲ ਜਾ ਕੇ ਵੀ ਮਤਲਬ ਬਕਾਇਦਾ ਤੌਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇਗੀਆਂ। ਸਾਰੇ ਹਿੰਦੁਸਤਾਨ ਦਾ ਚੱਕਰ ਲਾਇਆ ਲਗਭਗ। ਖਾਸ ਤੌਰ ਤੇ ਜਿਹੜਾ ਦੱਖਣੀ ਭਾਰਤ ਹੈ, ਉਹਦੇ ਵਿੱਚ ਜਿਹੜਾ 5 ਜਿਹੜੀਆਂ ਸੰਸਾਰ ਕਾਨਫਰੰਸਾਂ ਜਿਹੜੀਆਂ ਨੇਗੀਆਂ, 3 ਸਾਊਥ ਦੇ ਵਿੱਚ, 2 ਬਾਹਰ ਮੈਂ ਅਟੈਂਡ ਕੀਤੀਆਂ ਹੈਗੀਆਂ ਵਿਦੇਸ਼ਾਂ 'ਚ। ਤੇ ਉਹਦੇ ਵਿੱਚ ਵੀ ਅਸੀਂ ਉਸ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ, ਜਿਹੜੀਆਂ ਸਾਡੇ ਵਾਂਗੂ ਸੋਚਦੀਆਂ ਹੈਗੀਆਂ, ਮਾਨਵਵਾਦੀ ਹੈਗੀਆਂ, ਤੇ ਜਾਂ ਐਥੀਸਟ ਹੈਗੇ ਜਿਹਨੂੰ ਅਸੀਂ ਨਾਸਤਿਕ ਕਹਿ ਸਕਦੇ ਹਾਂ, ਉਹਨਾਂ ਸਾਰਿਆਂ ਦੇ ਸਾਡੇ ਨਾਲ ਸੰਬੰਧ ਹੈਗੇ ਆ। ਤੇ ਨੈਸ਼ਨਲ ਪੱਧਰ 'ਤੇ ਅਸੀਂ ਬਣਾਈ ਹੈ ਫੈਡਰੇਸ਼ਨ ਆਫ ਇੰਡੀਅਨ ਰੈਸਲਿੰਗ ਐਸੋਸੀਏਸ਼ਨ, ਜਿਹੜੀ ਬਣੀ ਹੋਈ ਹੈ ਸਾਡੀ 45 ਜਥੇਬੰਦੀਆਂ ਆਧਾਰਿਤ ਜਿਹੜੀ ਹੈ, ਉਹ ਇੱਕ ਫੋਰਮ ਹੈ ਪੂਰਾ ਦਾ ਪੂਰਾ। ਉਹਦੇ ਰਾਹੀਂ ਅਸੀਂ ਹਿੰਦੁਸਤਾਨ ਪੱਧਰ 'ਤੇ ਵੀ ਮਤਲਬ ਵਿਗਿਆਨਕ ਸੋਚ ਲਈ ਇੱਕ 52ਵੇਂ ਰੂਪ 'ਚ ਜਥੇਬੰਦ ਹੋ ਕੇ ਕੰਮ ਕਰ ਰਹੇ ਹੈਗੇ ਆ। ਉਸ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਹੈਗਾ ਫੀਰਾ ਦਾ। ਤੇ ਹੁਣ ਇੱਧਰ ਮਤਲਬ ਅੱਜ ਮੈਂ ਜਥੇਬੰਦਕ ਮੁਖੀ ਤੌਰ ਤੇ ਪੰਜਾਬ ਦੀ ਅਗਵਾਈ ਸਾਂਭੀ ਹੋਈ ਹੈ। ਬਰਨਾਲਾ ਸਾਹਿਬ, ਇੱਕ ਹੋਰ ਗੱਲ ਵੀ ਬਹੁਤ ਸਾਰੇ ਲੋਕ ਨਾ ਤਰਕਸ਼ੀਲ ਸੁਸਾਇਟੀ ਨੂੰ ਕਮਿਊਨਿਸਟਾਂ ਦਾ ਇੱਕ ਵਿੰਗ ਹੀ ਸਮਝਦੇ ਆ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਲੋਕ ਤਾਂ ਬਹੁਤ ਕੁਝ ਸਮਝਦੇ ਰਹਿੰਦੇ ਹੈਗੇ, ਕਿਸੇ ਦੀ ਆਪਣੀ ਸਮਝ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਵੀ ਸਾਡਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ। ਤੇ ਸਾਡੀ ਸੁਸਾਇਟੀ ਆਜ਼ਾਦ ਸੁਸਾਇਟੀ ਹੈ, ਸਮਾਜ ਸੇਵੀ ਹੈਗੀ ਹੈ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਵਿੰਗ ਨਹੀਂ ਹੈਗੀ। ਇਹ ਮੈਂ ਬੜਾ ਕਲੀਅਰ ਕੱਟ ਕਹਿ ਸਕਦਾ ਹੈਗਾ। ਤੇ ਅਸੀਂ ਸਮਾਜ ਦੇ ਵਿੱਚ ਆਪਣਾ ਕੰਮ ਕਰ ਰਹੇ ਹਾਂ, ਤੇ ਲੋਕਾਂ ਦੀ ਸੋਚ ਬਦਲਣ ਵਾਸਤੇ ਅਸੀਂ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਇੰਡੀਆ ਦਾ
ਬਕਾਇਦਾ ਤੌਰ ਤੇ ਜਿਹੜੇ ਨਿਰਦੇਸ਼ ਸਿਧਾਂਤ ਹੈਗੇ ਆ, ਸਾਇੰਟੀਫਿਕ ਟੈਂਪਰ ਪੈਦਾ ਕਰਨਾ, ਵਿਗਿਆਨਕ ਸੋਚ ਬਣਾਉਣੀ ਲੋਕਾਂ ਦੀ, ਅਸੀਂ ਤਾਂ ਬਕਾਇਦਾ ਕਨਸਟੀਟਿਊਸ਼ਨ ਦੇ ਮੁਤਾਬਕ ਹੀ ਇਹ ਮਤਲਬ ਲੋਕਾਂ 'ਚ ਲੈ ਕੇ ਜਾਂਦੇ ਹਾਂ ਕਿ ਸਾਰਾ ਇਹ ਪ੍ਰਚਾਰ ਜਿਹੜਾ ਹੈਗਾ ਲੋਕਾਂ ਦੀ ਸੋਚ ਵਿਗਿਆਨਕ ਬਣਨੀ ਚਾਹੀਦੀ ਹੈ। ਵਿਦੇਸ਼ਾਂ ਜਾਈਦਾ ਜਾ ਕੇ, ਹੁਣ ਜਦੋਂ ਉੱਥੋਂ ਦੇ ਚੈਨਲ ਦੇਖੀਦੇ ਆ ਤਾਂ ਉਹਨਾਂ ਚੈਨਲਾਂ ਉੱਤੇ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਇੱਕ ਪਲੈਨਟ ਤੋਂ ਭਾਵ ਗ੍ਰਹਿ ਤੋਂ ਦੂਸਰੇ ਗ੍ਰਹਿ ਤੇ ਜਾਣ ਵਾਸਤੇ ਫਿਰ ਵੱਖੋ ਵੱਖਰੀ ਲਾਈਫ ਦੇ ਸਪੈਨ ਦਿਖਾਏ ਜਾਂਦੇ ਆ, ਤੇ ਜਦੋਂ ਬੱਚੇ ਉੱਥੇ ਮਤਲਬ ਦੇਖਦੇ ਆ ਸਾਰਾ ਕੁਛ, ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਬਣਦੀ ਹੋਊਗੀ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੇ ਅੰਧ ਵਿਸ਼ਵਾਸੀ ਕਿਸਮ ਦੀਆਂ ਗੱਲਾਂ ਮਤਲਬ ਮੀਡੀਆ 'ਚ ਵੀ ਆਉਂਦੇ, ਮੈਂ ਸਪਸ਼ਟ ਰੂਪ 'ਚ ਕਹਿ ਸਕਦਾ ਹੈਗਾ, ਉਹਦੇ ਨਾਲ ਮਤਲਬ ਮੋੜਾ ਬੱਚਿਆਂ ਨੂੰ ਦੂਸਰੇ ਪਾਸੇ ਨੂੰ ਦਿੱਤਾ ਜਾਂਦਾ ਹੈਗਾ। ਜੇ ਸਾਡੇ ਸਾਰਾ ਮਤਲਬ ਸਿਸਟਮ ਹੀ ਇਸ ਤਰ੍ਹਾਂ ਕਰਨ ਲੱਗ ਜੇ ਤਾਂ ਮੇਰੇ ਖਿਆਲ 'ਚ ਹਿੰਦੁਸਤਾਨ ਕਿਸੇ ਤਰ੍ਹਾਂ ਵੀ ਕਿਸੇ ਸੰਸਾਰ ਦੇ ਮੁਲਕ ਤੋਂ ਘੱਟ ਨਹੀਂ ਰਹਿ ਸਕਦਾ ਹੈਗਾ। ਬਰਨਾਲਾ ਸਾਹਿਬ, ਇੱਕ ਹੋਰ ਬਹੁਤ ਹੀ ਅਹਿਮ ਸਵਾਲ ਹੈ ਕਿ ਸੁਸਾਇਟੀ ਧਰਮ ਨੂੰ ਕਿਸ ਨਜ਼ਰੀਏ ਨਾਲ ਵੇਖਦੀ ਹੈ? ਬਹੁਤ ਸਾਰੇ ਸਵਾਲ ਆਉਂਦੇ ਆ ਜਿਹੜੇ ਕੀਤੇ ਜਾਂਦੇ ਹੈਗੇ, ਪਰ ਮੈਂ ਇੱਕ ਗੱਲ ਸਾਫ਼ ਕਹਿ ਸਕਦਾ ਵੀ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਏ ਹੋਏ ਹੈਗੇ, ਤੇ ਸਾਡੇ ਤੇ ਜਿਹੜਾ ਮਰਜ਼ੀ ਲੇਬਲ ਲਾ ਲੈਣ, ਮੈਂ ਸਪਸ਼ਟ ਕਹਿੰਦਾ ਵੀ ਅਸੀਂ ਕਿਸੇ ਧਰਮ 'ਚ ਕੋਈ ਵਿਸ਼ਵਾਸ ਨਹੀਂ ਕਰਦੇ ਹੈਗੇ। ਪਰ ਇੱਕ ਗੱਲ ਸਾਡੇ 'ਚ ਬੜੀ ਸਪਸ਼ਟ ਹੈ, ਅਸੀਂ ਵਿਚਾਰਾਂ ਦੀ ਆਜ਼ਾਦੀ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਕਿਸੇ ਦਾ ਧਰਮ ਕੋਈ ਹੈ, ਸਾਨੂੰ ਉਸ ਨਾਲ ਕੋਈ ਲਗਾਵ ਨਹੀਂ ਹੈਗਾ। ਨਿੱਜੀ ਤੌਰ ਤੇ ਉਹ ਕਿਸੇ ਧਰਮ ਵਿਸ਼ਵਾਸ ਰੱਖਦਾ ਹੈਗਾ, ਸਾਡਾ ਉਹਦੇ ਨਾਲ ਕਿਸੇ ਕਿਸਮ ਦਾ ਨਿੱਜੀ ਕੋਈ ਵਿਰੋਧ ਨਹੀਂ ਹੈਗਾ, ਬਲਕਿ ਅਸੀਂ ਤਾਂ ਮਤਲਬ ਹਰ ਇੱਕ ਨਾਲ ਹੀ ਇੱਕ ਸੋਸ਼ਲ ਜਿਹੜਾ ਸਮਾਜਿਕ ਦਾਇਰਾ ਹੈਗਾ, ਉਸ ਮਾਨਵ ਬੇਸ ਤੇ ਮਤਲਬ ਮਾਨਵਵਾਦੀ ਪਹੁੰਚ ਬਣਾ ਕੇ, ਹਿਊਮਨਿਸਟ ਪਹੁੰਚ ਬਣਾ ਕੇ ਚੱਲਦੇ ਹਾਂ ਅਸੀਂ। ਉਹ ਵੀ ਸਾਡੇ ਲਈ ਉਨੇ ਨੇੜੇ ਹੈਗੇ ਆ ਜਿੰਨੇ ਦੂਸਰੇ ਹੈਗੇ ਆ। ਇਹ ਠੀਕ ਹੈ, ਸੋਚਦੇ ਵਖਰੇਵੇਂ ਹੁੰਦੇ ਆ ਤੇ ਹੋਣੇ ਵੀ ਚਾਹੀਦੇ ਆ, ਤੇ ਤਾਂ ਹੀ ਸਮਾਜ 'ਚ ਪ੍ਰਗਤੀ ਹੁੰਦੀ ਆ, ਨਹੀਂ ਤਾਂ ਹੋ ਨਹੀਂ ਸਕਦੀ ਹੈ। ਮੈਨੂੰ ਇਹ ਲੱਗਦਾ ਵੀ ਤੁਸੀਂ ਜਿਹੜਾ ਧਰਮ ਹੈ ਉਹਦੀ ਆਜ਼ਾਦੀ ਲਈ ਸਹਿਮਤ ਹੋ? ਨਹੀਂ ਦੇਖੋ, ਮੈਂ ਕਹਿੰਦਾ ਆਪਣੇ ਤੌਰ ਤੇ ਕੋਈ ਮਨੁੱਖ ਕਿਸ ਤਰ੍ਹਾਂ ਦਾ ਕਿੱਦਾਂ ਲੈ ਕੇ ਚੱਲਦਾ ਹੈਗਾ, ਸਾਡਾ ਉਹਦੇ ਨਾਲ ਕੋਈ ਤਾਲੁਕਾਤ ਨਹੀਂ ਹੈਗਾ। ਕੋਈ ਵੀ ਬਣਾ ਸਕਦਾ। ਅਸੀਂ ਮਤਲਬ ਇਸ ਤਰ੍ਹਾਂ ਦੇ ਉੱਚ ਨਹੀਂ ਜਾਣਾ ਚਾਹੁੰਦੇ। ਅਸੀਂ ਤਾਂ ਆਪਣਾ ਪ੍ਰਚਾਰ ਕਰ ਰਹੇ ਹਾਂ, ਅਸੀਂ ਆਪਣੇ ਤੌਰ ਤੇ ਆਪਣਾ ਨਿੱਜੀ ਤੌਰ ਤੇ ਜਾ ਰਹੇ ਹਾਂ। ਸਾਡਾ ਕਿਸੇ ਨਾਲ ਕੋਈ ਕੰਟਰਡਿਕਸ਼ਨ ਜਾਂ ਸਾਡਾ ਇਸ ਤਰ੍ਹਾਂ ਦਾ ਕੋਈ ਸਵਾਲ ਨਹੀਂ ਜਿਹਦੇ 'ਚ ਅਸੀਂ ਟਕਰਾਅ ਵਾਲੀ ਗੱਲ ਕਰੀਏ। ਬਰਨਾਲਾ ਸਾਹਿਬ, ਤੁਸੀਂ ਕਿਸ ਤਰ੍ਹਾਂ ਦਾ ਸਮਾਜ ਚਾਹੁੰਦੇ ਹੋ? ਸਮਾਜ ਤਾਂ ਦੇਖੋ ਹਮੇਸ਼ਾ ਹੀ ਬਦਲਦਾ ਹੈ ਤੇ ਅਸੀਂ ਵੀ ਬਦਲਣਾ ਚਾਹੁੰਦੇ ਹੈਗੇ ਹਾਂ। ਸਾਡੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿੱਥੇ ਜਾਤੀਵਾਦ ਬਹੁਤ ਜ਼ਿਆਦਾ ਭਾਰੂ ਹੈਗਾ, ਅਸੀਂ ਚਾਹੁੰਦੇ ਹਾਂ ਇਹ ਨਹੀਂ ਹੋਣਾ ਚਾਹੀਦਾ। ਮਾਨਵ ਬੇਸ ਤੇ ਅਸੀਂ ਸਾਰੇ ਇੱਕੋ ਜਿਹੇ ਹੈਗੇ ਆ। ਸਾਡੇ 'ਚ ਜੇ ਨੇਚਰ 'ਚੋਂ ਅਸੀਂ ਪੈਦਾ ਹੋਏ ਹੈਗੇ ਆ, ਸਾਡੇ ਅੰਗਾਂ 'ਚ ਕਿਸੇ ਕਿਸਮ ਦੀ ਕਿਸੇ 'ਚ ਕੋਈ ਕਮੀ ਨਹੀਂ ਹੈਗੀ, ਸਾਰਿਆਂ 'ਚ ਇੱਕੋ ਜਿਹੇ ਹੈਗੇ ਆ। ਅਸੀਂ ਨਸਲ ਰਹਿਤ, ਜਾਤ ਰਹਿਤ, ਵਿਤਕਰੇ ਰਹਿਤ ਸਮਾਜ ਚਾਹੁੰਦੇ ਹੈਗੇ ਆ, ਤੇ ਜਿੱਥੇ ਜਾ ਕੇ ਸਾਰਿਆਂ ਨੂੰ ਬਰਾਬਰ ਦਾ ਮਤਲਬ ਪਸਣ ਦਾ ਹੱਕ ਮਿਲੇ। ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਹੈਗੇ ਆ, ਚਾਹੇ ਉਹ ਕਿਸੇ ਨਾਲ ਸੰਬੰਧਿਤ ਹੋਣ, ਉਹਨੂੰ ਪੂਰੇ ਮਿਲਣੇ ਚਾਹੀਦੇ ਵਿਕਾਸ ਕਰਨ ਵਾਸਤੇ। ਸਾਡਾ ਸੁਧਾਰ ਵੀ ਤਾਂ ਇਹੀ ਗੱਲ ਹੀ ਕਹਿੰਦਾ ਹੈਗਾ ਵੀ ਜਿੱਥੇ ਜੇ ਸਹੀ ਮਾਅਨੇ 'ਚ ਲਾਗੂ ਕਰੀਏ ਜਾ ਕੇ, ਮਤਲਬ ਜਿਵੇਂ ਘੁੰਮਣ ਫਿਰਨ ਦੀ ਆਜ਼ਾਦੀ ਹੈਗੀ ਹੈ, ਵਿਚਾਰ ਰੱਖਣ ਦੀ ਆਜ਼ਾਦੀ ਹੈਗੀ ਹੈ, ਬੋਲਣ ਦੀ ਆਜ਼ਾਦੀ ਹੈਗੀ ਹੈ। ਸੋ ਆਜ਼ਾਦੀਆਂ ਤਾਂ ਸਭ ਨੂੰ ਮਿਲਣੀਆਂ ਚਾਹੀਦੀਆਂ, ਫਿਰ ਹੀ ਦਿਮਾਗੀ ਵਿਕਾਸ ਹੋ ਸਕਦਾ, ਫਿਰ ਅਸੀਂ ਮੁਲਕ ਦਾ ਵਿਕਾਸ ਕਰ ਸਕਦੇ ਹਾਂ। ਤੇ ਅਸੀਂ ਇਸ ਵਿੱਚ ਵਿਸ਼ਵਾਸ ਕਰਦੇ ਵੀ ਇਸ ਤਰ੍ਹਾਂ ਸਮਾਜ ਹੋਣਾ ਚਾਹੀਦਾ ਜਿੱਥੇ ਕਿਸੇ ਨਾ ਕਿਸੇ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਜਾਂ ਕਿਸੇ ਹੋਰ ਸੈਕਟ ਦੇ ਆਧਾਰ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ। ਤਰਕਸ਼ੀਲ ਸੁਸਾਇਟੀ ਨੂੰ ਲੈ ਕੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਕੀ ਕਹਿਣਾ ਚਾਹੋਗੇ? ਹਰ ਸੰਸਥਾ ਆਪਣੀਆਂ ਯੋਜਨਾਵਾਂ ਬਣਾਉਂਦੀ ਹੈ, ਜਿੱਥੇ ਆਪਣੇ ਲੰਘੇ ਸਮੇਂ ਦਾ ਬਕਾਇਆ ਤੌਰ ਤੇ ਉਹ ਵਿਸ਼ਲੇਸ਼ਣ ਕਰਦੀ ਹੈ ਤੇ ਉਹਦੇ ਵਿੱਚੋਂ ਭਵਿੱਖ ਦੇ ਆਪਣੇ ਟੀਚੇ ਮਿੱਥਦੀ ਹੈ। ਸੁਸਾਇਟੀ ਵੀ ਆਪਣੇ ਬਕਾਇਆ ਤੌਰ ਤੇ ਯੋਜਨਾਵਾਂ ਲੈ ਕੇ ਚੱਲ ਰਹੀ ਹੈਗੀ ਹੈ। ਖਾਸ ਤੌਰ ਤੇ ਜਦੋਂ ਹਿੰਦੁਸਤਾਨ ਦਾ ਖਾਸ ਤੌਰ ਤੇ ਲੋਕਾਂ ਦਾ ਵੱਡਾ ਹਿੱਸਾ ਜਦੋਂ ਅੰਧ ਵਿਸ਼ਵਾਸੀ ਹੋਵੇ ਤਾਂ ਸਾਡੇ ਕੋਲੇ ਯੋਜਨਾਵਾਂ ਦੀ ਕੋਈ ਕਮੀ ਨਹੀਂ ਹੈਗੀ, ਕੰਮ ਕਰਨ ਲਈ ਕੋਈ ਕਮੀ ਨਹੀਂ ਸਾਡੇ ਕੋਲੇ। ਜੋ ਅਸੀਂ ਪਿਛਲਾ ਸਮਾਂ ਕਵਰ ਕੀਤਾ ਹੈ, ਸਾਨੂੰ ਖੁਸ਼ੀ ਹੈ ਕਿ ਅੱਜ ਹਰ ਪਿੰਡ ਦੇ ਵਿੱਚ ਸਾਡਾ ਨਾਂ ਹੈਗਾ। ਕੋਈ ਪਿੰਡ ਚਲੇ ਜਾਓ ਤੇ ਜਦੋਂ ਵੀ ਕੋਈ ਮਾਨਸਿਕ ਰੋਗੀ ਦੀ ਗੱਲ ਚੱਲੂਗੀ ਤਾਂ ਹੁਣ ਕਸਰਤ ਦੇ ਨਾਲ ਨਾਲ ਇਹ ਕਹਿਣਗੇ ਸੁਸਾਇਟੀ ਵਾਲੇ ਵੀ ਇਹਨੂੰ ਹੱਲ ਕਰਦੇ ਹੈਗੇ ਆ। ਇਹ ਤਾਂ ਅਸੀਂ ਸਫਲ ਹੋਏ ਹੀ ਹੈਗੇ ਆ। ਪਰ ਅੱਗੇ ਸਾਡੀਆਂ ਯੋਜਨਾਵਾਂ ਜਿਵੇਂ ਹੈਗੀਆਂ, ਬਕਾਇਦਾ ਤੌਰ ਤੇ ਅਸੀਂ ਐਪੀਸੋਡ ਜਿਹੜੇ ਆ ਆਪਦੇ ਖਰਚੇ ਤੇ ਤਿਆਰ ਕਰਦੇ ਆ, ਉਹਦੇ ਰਾਹੀਂ ਮਤਲਬ ਮੀਡੀਆ 'ਚ ਦਿੰਦੇ ਆ ਜਾ ਕੇ। ਤੇ ਇਹਦੇ ਬਿਨਾਂ ਹੁਣੀ ਜਿਵੇਂ ਫਾਸਟਵੇ ਤੇ ਅਸੀਂ ਆਪਣਾ ਬਕਾਇਦਾ ਤੌਰ ਤੇ ਇੱਕ ਲੜੀਵਾਰ ਜਿਹੜਾ ਐਪੀਸੋਡ ਸ਼ੁਰੂ ਕਰਨ ਜਾ ਰਹੇ ਹਾਂਗੇ, ਤਰਕ ਦੀ ਸਾਂਝ ਤੇ। ਇਹ ਵੀ ਸਾਡੇ ਇੱਕ ਉਸ ਦਾ ਮਨਸ਼ੇ ਦਾ ਮਤਲਬ ਭਾਵ ਜਿਹੜਾ ਅਸੀਂ ਯੋਜਨਾਵਾਂ ਦਾ ਪਾਰਟ ਹੈ। ਦੀਵਾਨਾ ਜੀ ਉਸ ਦੇ ਨਿਰਦੇਸ਼ਕ ਹੈਗੇ ਆ ਤੇ ਉਹਦੇ ਅਧੀਨ ਹੀ ਮਤਲਬ ਜਿਹੜਾ ਸਾਰਾ ਕੁਝ ਉਹਨਾਂ ਨੇ ਇਹ ਤਿਆਰ ਕੀਤਾ ਹੈਗਾ। ਅਸੀਂ ਉਹਨਾਂ ਦੀ ਵੀ ਇਸ ਗੱਲ ਤੇ ਪ੍ਰਸ਼ੰਸਾ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਇਹਦੇ ਵਿੱਚ ਕਾਫੀ ਵੱਡਾ ਸਹਿਯੋਗ ਦਿੱਤਾ। ਉਹਦੀ ਸਮੁੱਚੀ ਜਿਹੜੀ ਨਾਟਕ ਦੀ ਟੀਮ ਹੈਗੀ ਹੈ। ਦੂਜਾ, ਅਸੀਂ ਮਤਲਬ ਲਿਟਰੇਚਰ ਨੂੰ ਵੀ ਹੋਰ ਮਤਲਬ ਜ਼ਿਆਦਾ ਵਿਗਿਆਨਕ ਢੰਗ ਨਾਲ ਜਿੰਨਾ ਕੁ ਅਸੀਂ ਨਸ਼ਰ ਕਰ ਸਕਦੇ ਹੈਗੇ ਆ, ਉਹ ਵੀ ਸਾਡੇ ਕਰਨ ਦੇ ਯਤਨ ਹੈਗੇ ਆ। ਤੇ ਲੋਕਾਂ ਦੇ ਵਿੱਚ ਸਾਡੀਆਂ ਯੂਨਿਟਾਂ ਜਿਹੜੀਆਂ ਨੇ, ਜਿੱਥੇ 100 ਅਸੀਂ ਚਾਹੁੰਦੇ ਵੀ ਹਰ ਥਾਂ ਤੇ ਪਹੁੰਚ ਕੀਤੀ ਜਾਵੇ। 15,000 ਮੈਗਜ਼ੀਨ ਪੰਜਾਬ ਦੇ 12,000 ਪਿੰਡਾਂ ਵਾਸਤੇ ਬਹੁਤ ਥੋੜ੍ਹਾ ਹੈਗਾ, ਤੇ ਅਸੀਂ ਚਾਹੁੰਦੇ ਹਾਂ ਵੀ ਇੱਕ ਪਿੰਡ 'ਚ ਘੱਟੋ ਘੱਟ 10-20 ਮੈਗਜ਼ੀਨ ਜਾਣੇ ਚਾਹੀਦੇ ਆ। ਉਸ ਨੂੰ ਅਸੀਂ ਪਸਾਰਾ ਕਰਨ ਵਾਸਤੇ ਵੀ ਯਤਨਸ਼ੀਲ ਹੈਗੇ ਆ। ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਸਾਡੀਆਂ ਸੰਸਥਾਵਾਂ ਨਹੀਂ ਹੈਗੀਆਂ, ਬਕਾਇਦਾ ਤੌਰ ਤੇ ਅਸੀਂ ਉਹਨਾਂ ਥਾਵਾਂ ਤੇ ਵੀ ਸਾਡੀ ਮਤਲਬ ਜਿਹੜਾ ਪਹੁੰਚ ਅਸੀਂ ਕਰਨ ਦੇ ਯਤਨ 'ਚ ਹੈਗੇ ਆ, ਲਗਾਤਾਰ ਲਿੰਕ 'ਚ ਹੈਗੇ ਆ।
ਵਿਦੇਸ਼ੀ ਮੀਡੀਆ ਨਾਲ ਲਿੰਕ 'ਚ ਹੈਗੇ ਹਾਂ ਅਸੀਂ, ਇੱਥੋਂ ਤੱਕ ਕਿ ਜਿਹੜੀਆਂ ਵਰਲਡ ਦੀਆਂ ਸੰਸਾਰ ਦੀਆਂ ਮਹੱਤਵਪੂਰਨ ਸੰਸਥਾਵਾਂ ਹੈਗੀਆਂ ਉਹਨਾਂ ਚੋਂ ਮਤਲਬ ਇੰਟਰਨੈਸ਼ਨਲ ਏਥੀਕਲ ਅਲਾਈਅੰਸ ਹੈਗੀ ਹੈ, ਨਿਊਯਾਰਕ ਹੈੱਡਕੁਆਟਰ ਹੈ। ਸੁਸਾਇਟੀ 45 ਦੇਸ਼ਾਂ ਚੋਂ ਇੱਕ ਮੈਂਬਰ ਹੈ, ਜਿਹੜਾ ਇੱਕ ਦੇਸ਼ ਸਾਡਾ ਦੇਸ਼ ਦੇ ਵਿੱਚੋਂ ਮੈਂਬਰਸ਼ਿਪ ਸਾਨੂੰ ਮਿਲੀ ਹੋਈ ਹੈਗੀ ਹੈ। ਹੋਰ ਬਹੁਤ ਸੰਸਾਰ ਪੱਧਰ ਦੀਆਂ ਸੰਸਥਾਵਾਂ ਜਿਹਨਾਂ 'ਚ ਅਸੀਂ ਇਸ ਤਰ੍ਹਾਂ ਦੀ ਯੋਜਨਾ ਬਣਾਈਆਂ ਨੇਗੀਆਂ ਤਾਂ ਕਿ ਅਸੀਂ ਇਸ ਤਰ੍ਹਾਂ ਹੀ ਨੈਸ਼ਨਲ ਪੱਧਰ ਤੇ ਵੀ ਅਸੀਂ 45 ਐਸੋਸੀਏਸ਼ਨਾਂ ਨੇ ਸਾਡੀਆਂ ਰੈਸ਼ਨਲ ਢੰਗ ਨਾਲ ਜਿਹੜੇ ਸੋਚਦੀਆਂ ਨੇਗੀਆਂ, ਉਹਨਾਂ ਦੀ ਫੀਰਾ ਨਾਂ ਦੀ ਜਥੇਬੰਦੀ ਬਣਾਈ ਹੈ, ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲ ਐਸੋਸੀਏਸ਼ਨ ਇੰਡੀਆ ਜਿਹੜੀ ਹੈਗੀ ਹੈ, ਤੇ ਉਹਦੇ ਵਿੱਚ ਵੀ ਸੁਸਾਇਟੀ ਦੀ ਮੈਂਬਰ ਹੈਗੀ ਹੈ। ਮੈਂ ਖੁਦ ਦਾ ਸੀਨੀਅਰ ਪ੍ਰਧਾਨ ਹੈਗਾ ਤੇ ਲਗਾਤਾਰ ਨੈਸ਼ਨਲ ਪੱਧਰ ਤੇ ਵੀ ਅਸੀਂ ਆਪਣੇ ਪਲਾਨ ਰੱਖਦੇ ਹੈਗੇ ਆ ਤੇ ਉਹਨਾਂ ਨਾਲ ਲਗਾਤਾਰ ਰਾਬਤਾ ਹੈਗਾ। ਲਿਟਰੇਚਰ ਵੀ ਅਸੀਂ ਲੈਣ, ਜਿਹੜਾ ਸਾਹਿਤ ਹੈਗਾ ਉਹ ਵੀ ਇੱਕ ਦੂਜੇ ਤੋਂ ਲੈਣ ਦੇਣ ਕਰਦੇ ਹੈਗੇ ਆ। ਉਧਰੋਂ ਸਾਨੂੰ ਸਾਹਿਤ ਆਉਂਦਾ, ਅਸੀਂ ਉਹਨਾਂ ਨੂੰ ਸਾਹਿਤ ਭੇਜਦੇ ਹਾਂ, ਹਿੰਦੀ ਅੰਗਰੇਜ਼ੀ ਜਿਸ 'ਚ ਵੀ ਆਉਂਦਾ ਹੈਗਾ। ਇਸ ਤਰ੍ਹਾਂ ਦੇ ਯਤਨ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਬਰਨਾਲਾ ਸਾਹਿਬ, ਇੱਕ ਗੱਲ ਹੋਰ ਕਿ ਜਿਹੜਾ ਤੁਸੀਂ ਆਪਣੀ ਸੁਸਾਇਟੀ ਵੱਲੋਂ ਸਾਧੂ ਸੰਤਾਂ ਨੂੰ 10 ਲੱਖ ਰੁਪਏ ਦਾ ਇਨਾਮ ਰੱਖਿਆ, ਇੱਕ ਚੈਲੰਜ ਕੀਤਾ ਹੋਇਆ ਵੀ ਜਿਹੜਾ ਸੁਸਾਇਟੀ ਦੀ ਕੋਈ ਵੀ ਚੁਣੌਤੀ ਨੂੰ ਕਬੂਲ ਕਰੂਗਾ, ਜੇ ਉਹ ਜਿੱਤ ਜਾਂਦਾ ਉਹਨੂੰ 10 ਲੱਖ ਰੁਪਏ ਦਾ ਇਨਾਮ ਪਹਿਲੀ ਗੱਲ ਤਾਂ ਚੁਣੌਤੀ ਨੂੰ ਕਲੀਅਰ ਕਰਨਾ ਚਾਹੀਦਾ ਵੀ ਚੁਣੌਤੀ ਸਾਡੀ ਕੀ ਹੈ। ਹਾਂਜੀ ਹਾਂਜੀ ਵੀ ਜਿਹੜੇ ਲੋਕ ਮਤਲਬ ਇਹ ਕਹਿੰਦੇ ਆ ਵੀ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਾਂਜੀ ਤੇ ਅਸੀਂ ਹਵਾ 'ਚੋਂ ਕੋਈ ਚੀਜ਼ ਪੈਦਾ ਕਰ ਸਕਦੇ ਹੈਗੇ ਆ, ਹਾਂਜੀ ਜਾਂ ਕੋਈ ਮਤਲਬ ਪੂਜਾ ਪਾਠ ਕਰਕੇ ਅਸੀਂ ਕੋਈ ਚੀਜ਼ ਉਤਪੰਨ ਕਰ ਸਕਦੇ ਹੈਗੇ ਆ। ਅਸੀਂ ਉਹਨਾਂ ਨੂੰ ਚੈਲੰਜ ਕਰਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਮਤਲਬ ਲੋਕਾਂ ਨੂੰ ਗੁੰਮਰਾਹ ਕਰਦੇ ਹੈਗੇ ਆ ਵੀ ਸਿੱਟ ਰਾਹੀਂ ਮਤਲਬ ਕਰਕੇ ਅਸੀਂ ਕਿਸੇ ਦਾ ਘਰੇ ਨੁਕਸਾਨ ਕਰ ਸਕਦੇ ਹੈਗੇ ਆ, ਫਲਾਣਾ ਟੂਣੇ ਰਾਹੀਂ ਕਰ ਸਕਦੇ ਆ। ਅਸੀਂ ਇਹਨਾਂ ਨੂੰ ਸਾਰਿਆਂ ਨੂੰ ਚੈਲੰਜ ਕਰਦੇ ਹਾਂ ਵੀ ਜੇ ਉਹਨਾਂ ਕੋਲ ਕੋਈ ਸ਼ਕਤੀ ਹੈਗੀ ਹੈ ਕਿਸੇ ਕਿਸਮ ਦੀ ਵੀ, ਇੱਥੋਂ ਤੱਕ ਕਿ ਜੇ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਹੈਗੀ ਹੈ ਉਹ ਸਾਡੇ ਘਰਾਂ 'ਚ ਬਾੜ ਦੇਣ, ਅਸੀਂ 10 ਲੱਖ ਦਾ ਇਨਾਮ ਦੇਵਾਂਗੇ। ਪਰ ਅਜੇ ਤੱਕ ਉਹ ਇਨਾਮ ਸੰਸਾਰ ਪੱਧਰ ਤੇ ਜਿੱਤਿਆ, ਜੇ ਸਾਰੇ ਇਨਾਮਾਂ ਦੀ ਗਿਣਤੀ ਕਰ ਲਈਏ ਤਾਂ ਮੇਰੇ ਖਿਆਲ 'ਚ ਜਿੰਨੀਆਂ ਹੁਣ ਸਾਡੇ ਨਾਲ ਸੰਬੰਧਿਤ ਇਸ ਕਿਸਮ ਦੀਆਂ ਸੰਸਥਾਵਾਂ ਹੈਗੀਆਂ ਉਹ ਤਾਂ ਮਤਲਬ ਮੇਰੇ ਖਿਆਲ 'ਚ ਤਾਂ ਉਹ 5 ਕਰੋੜ ਦੇ ਲਗਭਗ ਬਣਦਾ ਹੈਗਾ ਤੇ ਅਜੇ ਸੰਸਾਰ 'ਚੋਂ 5 ਕਰੋੜ ਦਾ ਨਾਮ ਜਿੱਤਣ ਵਾਲਾ ਕੋਈ ਨਹੀਂ ਆਇਆ ਹੈ। ਕਹਿਣ ਦਾ ਮਤਲਬ ਮੇਰਾ ਦੱਸਿਆ ਵੀ ਕਿਸੇ ਵੀ ਸਾਧ ਸੰਤ ਨੇ ਚੁਣੌਤੀ ਕਬੂਲ ਕਰੀ ਹੋਵੇ ਜਾਂ ਕਰਕੇ ਭੱਜ ਗਿਆ ਹੋਵੇ, ਮਤਲਬ ਕੋਸ਼ਿਸ਼ਾਂ ਕਰਦੇ ਆ, ਕਈ ਤਾਂ ਪ੍ਰਚਾਰ ਵਾਸਤੇ ਕਰਦੇ ਆ। ਹਾਂਜੀ ਸਾਨੂੰ ਉਹ ਚੈਲੰਜ ਕਰ ਦਿੰਦੇ ਆ, ਟਮਾਟਰ ਕਿਤੇ ਸਾਲ 2 ਸਾਲਾਂ ਬਾਅਦ ਇੱਕ ਆਧਾਰ ਆਉਂਦਾ ਹੈਗਾ, ਉਹਨੇ ਫਿਰ ਮਤਲਬ ਸਾਨੂੰ ਪਤਾ ਵੀ ਉਹ ਟਾਈਮ ਸਾਡਾ ਦਿੱਤਾ ਹੁੰਦਾ ਹੈ, ਉਦੋਂ ਪਹਿਲਾਂ ਉਹਨੇ ਭੱਜਣਾ ਹੁੰਦਾ, ਉਹਨੂੰ ਐਂ ਹੁੰਦਾ ਵੀ ਸਾਡਾ ਪ੍ਰਚਾਰ ਹੋ ਜੇ। ਪਰ ਉਹ ਜਿੰਨੇ ਵੀ 2-4 ਨੇ ਸਾਨੂੰ ਚੈਲੰਜ ਕੀਤਾ ਹੁਣ ਤੱਕ ਉਹ ਫਿਰ ਟਾਈਮ ਤੇ ਆ ਕੇ ਖੜਿਆ ਨਹੀਂ ਹੈਗਾ ਕਦੇ ਵੀ। ਅੱਜ ਤੱਕ ਤੁਹਾਡਾ ਰੱਖਿਆ ਨਾਮ ਕੋਈ ਜਿੱਤ ਨਹੀਂ ਸਕਿਆ। ਨਹੀਂ ਜਿੱਤ ਸਕਿਆ। ਅੰਤ ਦੇ ਵਿੱਚ ਬਰਨਾਲਾ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਅਸੀਂ ਤਾਂ ਭਾਰਤ ਦੇ ਸਮਾਜ ਨੂੰ ਬਦਲਣਾ ਚਾਹੁੰਦੇ ਹਾਂ। ਮੇਰਾ ਸੁਨੇਹਾ ਹੈ ਵੀ ਜਦ ਤੱਕ ਉਹ ਅੰਧ ਵਿਸ਼ਵਾਸੀ ਸੋਚ ਨੂੰ, ਗ੍ਰਹਿਣੀ ਸੋਚ ਨੂੰ ਤਿਆਗਦੇ ਨਹੀਂ ਹੈਗੇ, ਸਾਡੇ ਮੁਲਕ ਦਾ ਵਿਕਾਸ ਨਹੀਂ ਹੋ ਸਕਦਾ। ਜਦ ਤੱਕ ਅਸੀਂ ਮਤਲਬ ਇਹ ਸੋਚਦੇ ਹਾਂ ਵੀ ਸ਼ਾਇਦ ਕਿਸੇ ਮੱਟੀ ਨੂੰ, ਸਮਾਧ ਨੂੰ ਪੂਜ ਕੇ ਅਸੀਂ ਕੋਈ ਪ੍ਰਾਪਤੀ ਕਰ ਲਾਂਗੇ ਤਾਂ ਮੇਰੇ ਖਿਆਲ 'ਚ ਪ੍ਰਾਪਤੀ ਨਹੀਂ ਹੋ ਸਕਣੀ। ਜਦ ਤੱਕ ਸਾਨੂੰ ਸਵੈ ਵਿਸ਼ਵਾਸ ਨਹੀਂ ਹੈਗਾ, ਜਦ ਤੱਕ ਸਾਡੇ ਮਨ 'ਚ ਹੀ ਕੰਮ ਕਰਨ ਦਾ ਸੁਭਾਅ ਨਹੀਂ ਹੈਗਾ ਤਾਂ ਅਸੀਂ ਪ੍ਰਾਪਤੀ ਨਹੀਂ ਕਰ ਸਕਦੇ। ਸੋ ਅਸੀਂ ਇਸ ਤਰ੍ਹਾਂ ਦੀ ਸਾਡੀ ਸੋਚ ਹੈ ਸਾਰੀ। ਬਰਨਾਲਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ।